सालाही करम जंत वड्डी तेरी वड्डियाई तू अगम दयाल अगम है आप लेह मिलाई तू अगम दयाल अगम है आप लेह मिलाई बेशुमार अथाह अगनत अतुल ज्यों बोलावो त्यों नानक दास बोले ज्यों बोलावो त्यों नानक दास बोले। शब्द अवतार बाणी दे बोहित जुगो जुग अटल परम सन्मान योग परम सत्कार योग चवर छतर तख्त के मालक साहिबे कबाल साहिबे कमाल मुर्शदे कामल कामले रहबर पीरां दे पीर बाबियां दे बाबे जोगियां दे जोगी नाथां दे नाथ रहबरां दे रहबर गुरुआं दे गुरु समुच्चे मनुखता दा सांझा आत्मक भंडार शाहे शहनशाह धन धन पिता साहिब श्री गुरु ग्रंथ साहिब जी दी पावन पवित्र हजूरी दे विच जुड़ बैठे गुरु रूप सन्मान योग सत संगत जीओ गुरु की बख्शी फतेह प्रवान करो। वाहिगुरु जी का खालसा वाहिगुरु जी की फतेह। बाला प्रीतम अष्टम बलबीरा साहिब श्री गुरु हरकृष्ण साहिब पातशाह जी दे पावन स्थान ते आप जी जुड़ बैठे हो कीर्तन कथा का आनंद मान रहे हो। देशां विदेशां तो चढ़दी कला टाइम टीवी राहीं सोशल मीडिया राहीं घरां च बैठ के लोग ये लाइव टैलीकास्ट वेख रहे ने ते बाला प्रीतम दे उस स्थान नाल जुड़े हुए ने। बख्शिश रहमत अक्सरदास बेनती करदा है कि मिलदियां भी इन्हां स्थानां तो ने क्योंकि गुरु दे बचनां दे विच गुरु जो हुक्म करदा है ना उहदे हुक्म दी ही जे गल करिए ते तीन लफ्ज ने हाहे तो हाक हाक दा भाव बोल ते कक्के तो करुणा ते मम्मे तो मुकाम। हुक्म दे विच तुसीं वेखो तीन वर्ड आउंदे ने तीन लफ्ज आउंदे ने हा हाक बोल ओ बोल जिहदे विच करुणा है ते उस करुणा भरे बोल नूं सुण के कोई अपने आप नूं मुकाम तक पहुंचा सकता है। यह गुरु दा हुक्म ते अक्सरदास बेनती करदा है कि कोई भी जज किसी मुजरिम नूं सजा दे सकता है या सजा घट कर सकता है सजा सुना सकता है कैद कर सकता है या बाइज्जत बरी कर सकता है। कोई पुलिस ऑफिसर भी है ना किसी नूं फड़ सकता है जेल दे विच पा सकता है जेल तो कढ़ सकता है आज़ाद कर सकता है पर कोई भी पुलिस ऑफिसर किसी मुजरिम नूं अपने वर्गा पुलिस ऑफिसर DCP DGP या DIG नहीं बना सकता या कोई जज जो है सुप्रीम कोर्ट का हाई कोर्ट का जज किसी मुजरिम नूं अपने वर्गा जज नहीं बना सकता।
ਪਰ ਗੁਰੂ ਦੇ ਬਚਨ ਐਸੇ ਨੇ, ਇਹ ਗੁਰਬਾਣੀ ਐਸੀ ਹੈ ਕਿ ਇੱਥੇ ਆ ਕੇ ਕੋਈ ਕਿਤਨੇ ਵੀ ਜਨਮਾਂ ਦਾ ਭਟਕਿਆ ਹੋਇਆ ਹੈ, ਕਿੰਨੇ ਵੀ ਪਾਪ ਕਮਾਏ ਨੇ, ਜ਼ਿੰਦਗੀ ਪੱਖੋਂ ਬੜੀਆਂ ਗਲਤੀਆਂ ਕੀਤੀਆਂ ਹੋਣਗੀਆਂ, ਬੜੀਆਂ ਭੁੱਲਾਂ ਕੀਤੀਆਂ ਹੋਣਗੀਆਂ, ਪਰ ਇੱਕ ਵਾਰੀ ਗੁਰੂ ਦੀ ਹਜ਼ੂਰੀ ਆ ਕੇ ਮੱਥਾ ਟੇਕ ਕੇ ਤੇ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲਵੇ, ਗੁਰੂ ਉਹਨੂੰ ਆਪਣੇ ਵਰਗਾ ਹੀ ਬਣਾ ਦਿੰਦਾ ਹੈ। ਇਹ ਹੈ ਉਸ ਬੋਲ ਦੇ ਵਿੱਚ ਕਰੁਣਾ। ਜੱਜ ਦੇ ਬੋਲਾਂ ਦੇ ਵਿੱਚ ਕਰੂਰਤਾ ਹੋਵੇਗੀ, ਕਰੁਣਾ ਨਹੀਂ। ਪੁਲਿਸ ਅਫਸਰ ਦੇ ਬੋਲਾਂ ਦੇ ਵਿੱਚ ਕਰੂਰਤਾ ਹੋਵੇਗੀ, ਕਰੁਣਾ ਨਹੀਂ। ਪਰ ਗੁਰੂ ਦੇ ਬੋਲਾਂ ਦੇ ਵਿੱਚ ਕਰੁਣਾ ਹੈ, ਉਹ ਪਿਆਰ ਹੈ। ਤਾਂ ਹੀ ਤਾਂ ਕਹਿ ਦਿੱਤਾ ਗਿਆ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਮਲ ਥਕੀਓ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣਾ, ਪੂਰਨ ਭਗਵਾਨ ਹੈ, ਔਗਣ ਕੋ ਨ ਚਿਤਾਰੇ। ਉਹ ਕਦੇ ਵੀ ਕੌੜਾ ਨਹੀਂ ਬੋਲਦਾ, ਹਮੇਸ਼ਾ ਮਿੱਠਾ ਬੋਲਦਾ ਏ, ਹਮੇਸ਼ਾ ਸਾਨੂੰ ਘੁੱਟਗਲ ਵਖੜੀ 'ਚ ਲਾਉਣ ਨੂੰ ਤਿਆਰ ਖੜਾ ਏ। ਬਸ਼ਰਤੇ ਆਓ ਤਾਂ ਸਹੀ, ਇੱਥੇ ਤੇ ਰੋਜ਼ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੂੰ ਇੱਕ ਵਾਰੀ ਆ ਤਾਂ ਸਹੀ, ਕਿਉਂਕਿ ਗੁਰੂ ਤੋਂ ਬਿਨਾਂ ਸਾਡੇ ਜੀਵਨ ਦਾ ਕੋਈ ਆਧਾਰ ਨਹੀਂ ਹੈ। ਇੱਕ ਗੁਰੂ ਹੀ ਹੈ ਜਿਹਦੇ ਪਿੱਛੇ ਤੁਰ ਕੇ ਅਸੀਂ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ। ਤੇ ਸਾਡੀ ਮੰਜ਼ਿਲ ਕੀ ਹੈ? ਉਹ ਪ੍ਰਮਾਤਮਾ ਵਾਹਿਗੁਰੂ, ਉਹ ਅਕਾਲ ਪੁਰਖ। ਜਿਸ ਸਮੁੰਦਰ ਰੂਪੀ ਪ੍ਰਮਾਤਮਾ ਵਾਹਿਗੁਰੂ ਤੋਂ ਇੱਕ ਕਿਣਕਾ ਰੂਪੀ ਜੀਵ ਆਤਮਾ ਮਿਲੀ ਹੈ, ਇਸ ਕਿਣਕਾ ਰੂਪੀ ਜੀਵ ਆਤਮਾ ਨੂੰ ਉਸ ਸਮੁੰਦਰ ਰੂਪੀ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਮਿਲਾਉਣ ਦਾ ਯਤਨ ਗੁਰੂ ਦੀ ਗੁਰਬਾਣੀ ਕਰਦੀ ਹੈ, ਉਹ ਸ਼ਬਦ ਕਰਦਾ ਹੈ। ਤਾਂ ਹੀ ਤਾਂ ਅੱਜ ਦੇ ਇਸ ਪਾਵਨ ਸ਼ਲੋਕ ਦੇ ਵਿੱਚ ਕਹਿ ਦਿੱਤਾ ਨਾ, ਬਿਨ ਸਤਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਆਧਾਰ। ਗੁਰੂ ਤੋਂ ਬਿਨਾਂ ਸਾਨੂੰ ਉਸ ਨਾਮ ਨਾਲ ਹੋਰ ਕੋਈ ਨਹੀਂ ਜੋੜ ਸਕਦਾ। ਗੁਰੂ ਹੀ ਹੈ ਜੋ ਸਾਨੂੰ ਸਿੱਧੇ ਰਸਤੇ ਉੱਤੇ ਪਾ ਸਕਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤੇ ਗਏ ਸ਼ਲੋਕ ਤੇ ਜੇ ਜੀਵਨ ਪੜ੍ਹੀਏ ਤੇ ਤੁਸੀਂ ਵੇਖੋ ਨਾ, ਜਦ ਪ੍ਰਕਾਸ਼ ਲਿਆ ਸੀ ਪਿਤਾ ਤੇਜਪਾਲ ਜੀ ਦੇ ਘਰ, ਤੇ ਪਿਤਾ ਦੀ ਸੋਚ ਸੀ ਉਹੋ ਜਿਹੀ ਧਾਰਮਿਕ ਪੱਖ ਤੋਂ ਚੰਗਾ ਦਾਨ ਪੁੰਨ ਕਰਨਾ, ਧਾਰਮਿਕ ਭਾਵਨਾ ਸੀ, ਪਰ ਉਹ ਸੂਝ ਨਹੀਂ ਸੀ ਜੋ ਗੁਰੂ ਨਾਨਕ ਦੇ ਦਰਬਾਰ ਤੋਂ ਮਿਲਦੀ ਹੁੰਦੀ ਹੈ। ਧਾਰਮਿਕ ਕੰਮ ਬੜੇ ਕਰਨੇ, ਅੱਗੇ ਵੱਧ ਕੇ ਕੋਈ ਦਾਨ ਪੁੰਨ ਕਰਨਾ, ਕੋਈ ਧਰਮ ਮੰਦਰ ਦਾ ਕੋਈ ਵੀ ਕਾਰਜ ਹੈ ਆਪ ਅੱਗੇ ਵੱਧ ਕੇ ਕਰਨਾ, ਪਰ ਉਹੋ ਜਿਹੀ ਸੂਝ ਨਹੀਂ ਸੀ ਜੋ ਗੁਰੂ ਕੋਲੋਂ ਮਿਲਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਉਹੋ ਜਿਹਾ ਹੀ ਪ੍ਰਭਾਵ ਕਬੂਲਿਆ ਆਪਣੇ ਪਿਤਾ ਦਾ। ਤੇ ਇਤਿਹਾਸਕਾਰ ਲਿਖਦੇ ਨੇ ਕਿ ਹਰਿਦੁਆਰ ਵੀ ਜੇ ਗਏ ਨੇ, ਹੁਣ ਤੁਸੀਂ ਵੇਖੋ 1 2 ਜਾਂ 3 ਵਾਰੀ ਨਹੀਂ, ਕਹਿੰਦੇ ਲਗਾਤਾਰ 19 20 ਵਾਰੀ ਬਾਬਾ ਅਮਰਦਾਸ ਜੀ ਨੇ ਹਰਿਦੁਆਰ ਦੀ ਯਾਤਰਾ ਕੀਤੀ ਹੈ, ਤੇ ਪੈਦਲ ਤੁਰ ਕੇ, ਕੋਈ ਗੱਡੀ ਮੋਟਰ ਕਾਰ ਨਹੀਂ ਸੀ। ਉਹ ਭਾਵਨਾ ਸੀ ਅੰਦਰ, ਉਹ ਸੋਚ ਸੀ, ਇੱਕ ਚੰਗੀ ਸੋਚ, ਪਰ ਹਾਲੇ ਮਨ ਦੇ ਵਿੱਚ ਕੇਵਲ ਤਾਂ ਕੇਵਲ ਇਹੀ ਗੱਲ ਸੀ ਕਿ ਗੁਰੂ ਨਹੀਂ ਸੀ ਮਿਲਿਆ। ਤੇ ਜਦ ਆ ਰਹੇ ਸਨ, ਭ੍ਰਮਣ ਮਿਲ ਪਿਆ, ਸੰਗਤ ਕੀਤੀ, ਤੇ ਜਦ ਸੰਗਤ ਕੀਤੀ, ਆਪਣੇ ਹੱਥੀਂ ਭੋਜਨ ਤਿਆਰ ਕਰਕੇ ਉਹ ਲੰਗਰ ਪ੍ਰਸ਼ਾਦਾ ਉਸ
ਬ੍ਰਾਹਮਣ ਨੂੰ, ਉਸ ਪੰਡਿਤ ਨੂੰ ਛਕਾਉਂਦੇ ਰਹੇ ਨੇ। ਉਸ ਪੰਡਿਤ ਨੇ ਪੁੱਛ ਲਿਆ ਕਿ ਬੜੀ ਧਾਰਮਿਕ ਭਾਵਨਾ, ਧਾਰਮਿਕ ਵਰਤੀ ਵਾਲਾ ਹੈ, ਤੇ ਤੇਰਾ ਗੁਰੂ ਕੌਣ ਹੈ? ਤੇ ਜਦ ਇਹ ਸਵਾਲ ਕੀਤਾ ਕਿ ਗੁਰੂ ਕੌਣ ਹੈ, ਹੁਣ ਤੁਸੀਂ ਵੇਖੋ ਨਾ ਸਿੰਪਲਿਸਿਟੀ ਕੀ ਹੁੰਦੀ ਹੈ, ਇੱਕ ਸਾਦਾ ਸੁਭਾਅ। ਅਜੋਕੇ ਸਮੇਂ ਦੇ ਵਿੱਚ ਜੇ ਸਾਡੇ ਵਰਗਾ ਕੋਈ ਹੋਵੇਗਾ ਨਾ ਤੇ ਕਹਿ ਦੇਵੇਗਾ, ਝੂਠ ਹੀ ਕਹਿ ਦੇਣਾ ਜੀ ਗੁਰੂ ਹੈਗਾ ਸਾਡਾ। ਪਰ ਉਦੋਂ ਉਹ ਸਾਦਾ ਸੁਭਾਅ ਬਾਬਾ ਅਮਰਦਾਸ ਜੀ ਦਾ, ਤੇ ਕਹਿ ਦਿੱਤਾ ਕਿ ਗੁਰੂ ਹਾਲੇ ਮਿਲਿਆ ਨਹੀਂ, ਗੁਰੂ ਦੀ ਭਾਲ ਦੇ ਵਿੱਚ ਹਾਂ। ਬਸ ਇੰਨਾ ਕਹਿਣ ਦੀ ਦੇਰ ਸੀ, ਉਹ ਪੰਡਿਤ ਇੰਨਾ ਕ੍ਰੋਧ ਦੇ ਵਿੱਚ ਆ ਗਿਆ, ਉਹਨੇ ਕਹਿ ਦਿੱਤਾ ਕਿ ਤੂੰ ਨਿਗੁਰਾ ਹੈ ਤੇ ਮੈਂ ਨਿਗੁਰੇ ਦਾ ਸਾਥ ਲੈਂਦਾ ਰਿਹਾ, ਉਹਦੇ ਹੱਥੋਂ ਭੋਜਨ ਛਕਦਾ ਰਿਹਾ। ਤੂੰ ਤਾਂ ਮੇਰੀ ਜ਼ਿੰਦਗੀ ਦਾ ਜਪ ਤਪ ਹੀ ਬਰਬਾਦ ਕਰ ਦਿੱਤਾ। ਔਰ ਯਾਦ ਰੱਖਣਾ ਸਤ ਸੰਗਤ ਜੀ, ਗੁਰਬਾਣੀ ਨੇ ਵੀ ਫੈਸਲਾ ਦਿੱਤਾ ਹੈ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਦਾ ਸਾਥ ਜੋ ਹੁੰਦਾ ਹੈ ਨਾ, ਕਈ ਵਾਰੀ ਗੁਰਬਾਣੀ ਨੇ ਵੀ ਇਹੋ ਜਿਹਾ ਫੈਸਲਾ ਦਿੱਤਾ ਹੈ। ਪਰ ਤੁਸੀਂ ਵੇਖੋ, ਜਦ ਬ੍ਰਾਹਮਣ ਨੇ ਇਹ ਗੱਲ ਕਹੀ ਕਿ ਤੂੰ ਨਿਗੁਰਾ ਹੈ ਤੇ ਤੇਰੀ ਵਜ੍ਹਾ ਦੇ ਨਾਲ ਮੇਰੀ ਜ਼ਿੰਦਗੀ ਦਾ ਜਪ ਤਪ ਭੰਗ ਹੋ ਗਿਆ, ਅੰਦਰ ਇੱਕ ਕਹਿ ਲਓ ਸੱਟ ਵੱਜੀ, ਅੰਦਰ ਇੱਕ ਚੋਟ ਵੱਜੀ ਹੈ। ਰਾਤ ਰਹਿੰਦਿਆਂ ਨੀਂਦ ਨਹੀਂ ਆਉਂਦੀ ਹੈ, ਪਰਿਵਾਰ ਦੇ ਸਾਰੇ ਜੀ ਸੌਂ ਗਏ ਨੇ, ਮੰਜੇ ਤੇ ਪੈਂਦੇ ਨੇ ਬਾਬਾ ਅਮਰਦਾਸ ਜੀ, ਪਰ ਫੇਰ ਤਰਪੱਕੇ ਉੱਠ ਜਾਂਦੇ ਨੇ, ਖਲੋ ਜਾਂਦੇ ਨੇ। ਹਾਲੇ ਮਨ ਦੇ ਵਿੱਚ ਇਹੀ ਸੋਚ ਹੈ ਕਿ ਅਮਰਦਾਸ ਬੇਸ਼ੱਕ ਇੰਨੀਆਂ ਯਾਤਰਾਵਾਂ ਕਰ ਲਈਆਂ, ਪਰ ਹਾਲੇ ਜੋ ਜੀਵਨ ਦਾ ਅਸਲ ਆਧਾਰ ਹੈ ਉਹ ਪ੍ਰਾਪਤ ਨਹੀਂ ਹੋਇਆ, ਹਾਲੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਕੇ ਹੀ ਉਸ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ, ਉਸ ਪਰਮਾਤਮਾ ਵਾਹਿਗੁਰੂ ਦੇ ਨੇੜੇ ਹੋਇਆ ਜਾ ਸਕਦਾ। ਭਾਲ ਦੇ ਵਿੱਚ ਸਨ, ਅੰਦਰ ਇਹ ਸੋਚ ਚੱਲ ਰਹੀ ਸੀ ਤੇ ਅਚਾਨਕ ਕੰਨਾਂ 'ਚ ਬੋਲ ਪਏ। ਗੁਰੂ ਦੀ ਬਖਸ਼ਿਸ਼ ਹੋਈ, ਕੰਨਾਂ 'ਚ ਬੋਲ ਪਏ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੌਗੁਣ ਨਾ ਹੀ ਅੰਤ ਹਰੇ। ਇਹ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ, ਬਾਣੀ ਪੜ੍ਹੀ ਜਾ ਰਹੀ ਸੀ। ਤੇ ਬਾਣੀ ਪੜ੍ਹ ਕੌਣ ਰਹੀ ਸੀ? ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸਪੁੱਤਰੀ ਬੀਬੀ ਅਮਰੋ, ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਬਾ ਅਮਰਦਾਸ ਜੀ ਦੀ ਨੂੰਹ ਰਾਣੀ ਬੀਬੀ ਅਮਰੋ। ਤੇ ਜਦ ਉਹ ਸ਼ਬਦ ਪੜਿਆ ਨਾ, ਅੰਦਰ ਤੱਕ ਇੰਨੀ ਠੰਡਕ ਪਹੁੰਚ ਗਈ ਸੀ ਉਹਨਾਂ ਪੰਕਤੀਆਂ ਨੂੰ ਸੁਣ ਕੇ। ਔਰ ਵਾਕਈ ਬਾਣੀ ਹੈ ਵੀ ਐਸੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਗੁਰ ਕਾ ਦਰਸ਼ਨ ਪਾਏ ਜੀਓ। ਅੰਦਰ ਤੱਕ ਉਸ ਬਾਣੀ ਨੇ ਕਹਿ ਲਓ ਠੰਡ ਪਹੁੰਚਾ ਦਿੱਤੀ। ਤੇ ਉਸ ਪਾਸੇ ਤੁਰ ਪਏ ਜਿੱਥੋਂ ਆਵਾਜ਼ ਆ ਰਹੀ ਸੀ ਬਾਣੀ ਦੀ। ਬੀਬੀ ਅਮਰੋ ਬਾਣੀ ਨੂੰ ਪੜ ਰਹੇ ਸਨ ਤੇ ਜਿਉਂ ਹੀ ਆਪਣੇ ਸਹੁਰਾ ਸਾਹਿਬ ਨੂੰ ਵੇਖਿਆ, ਸਤਕਾਰ ਵਜੋਂ ਉਹ ਚੁੱਪ ਹੋ ਗਏ। ਤੇ ਬਾਬਾ ਅਮਰਦਾਸ ਜੀ ਨੇ ਕਹਿ ਦਿੱਤਾ, ਮੇਰੀ ਬੱਚੀ ਇਹ ਬਾਣੀ ਪੜ੍ਹਨੀ ਬੰਦ ਨਾ ਕਰ, ਇਹ ਬਾਣੀ ਤਾਂ ਮੈਨੂੰ ਅੰਦਰ ਤੱਕ ਠੰਡ ਪਹੁੰਚਾ ਰਹੀ ਹੈ। ਤੇ ਇਹਦਾ ਅਰਥ ਕੀ ਹੈ? ਅਰਥ ਦੱਸੇ ਨੇ ਕਿ ਸਾਡਾ ਜੀਵਨ ਜੋ ਹੈ ਕਾਗਜ਼ ਵਾਂਗ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ-ਜਿਉਂ ਅਸੀਂ ਕਿਰਤ ਕਰਦੇ ਹਾਂ ਉਹ ਸਾਰਾ ਕੁਝ ਹੀ ਸਾਡਾ ਲੇਖਾ ਲਿਖਿਆ ਜਾ ਰਿਹਾ, ਤੇ ਉਸੇ ਤਰੀਕੇ ਦੇ ਨਾਲ ਹੀ ਸਾਨੂੰ ਅੱਗੇ ਬਹੁਤ ਕੁਝ ਪ੍ਰਾਪਤ ਹੁੰਦਾ। ਜਿਉਂ-ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੌਗੁਣ ਨਾ ਹੀ ਅੰਤ। ਚਿਤ ਚੇਤਸ ਕੀ ਨਹੀਂ ਬਾਵਰੀਆ, ਹਰ ਬਿਸਰਤ ਤੇਰੇ ਗੁਣ ਗਲਿਆ। ਅਰਥ ਸਮਝਾਏ ਤੇ ਫਿਰ ਪੁੱਛ ਲਿਆ, ਮੇਰੀ ਬੱਚੀ ਇਹ ਕਿਸ ਦੀ ਬਾਣੀ ਗਾ ਰਹੀ ਸੀ? ਕਹਿ ਦਿੱਤਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਬਾਣੀ। ਤੇ ਕਹਿ ਦਿੱਤਾ, ਮੈਨੂੰ ਲੈ ਕੇ ਚੱਲ ਹੁਣੇ ਹੀ ਉਸ ਗੁਰੂ ਕੋਲ ਜਿਸ ਬਾਣੀ ਨੇ ਮੈਨੂੰ ਅੰਦਰ ਤੱਕ ਠੰਡ ਪਹੁੰਚਾ ਦਿੱਤੀ ਹੈ।
याद रखना साध संगत जी, दुनियावी ऐशो आराम अक्सर मैं बेनती करदा हां कि बड़ा कुछ सानू मिल सकदा है, धन दौलत नाल, पैसिਆਂ नाल बहुत कुछ खरीद सकते हैं, पर सब कुछ नहीं। बहुत दे विच ते सब कुछ दे विच फर्क हैगा है। बहुत कुछ दा भाव तुसीं महंगे तो महंगी गड्डी खरीद सकते हो, बहुत कुछ दे विच महल माड़ियां आ जांदियां ने, मोबाइल फोन्स आ जाते ने, होर कई आरामदायक आराम देने वाली चीज़ां आ जांदियां ने, गड्डी मोटर कार फ्रिज फर्नीचर जो कुछ भी खरीदना होवे वो सब कुछ आ सकता है, पर सब कुछ नहीं। अंदर दा आनंद तुसीं नहीं कितों खरीद सकते हो। जे अंदर दा आनंद लेना है तो गुरु कोल जाना पएगा। जिवें बाबा अमरदास जी पहुंचे सन, कह दिता मेरे सतगुरु कोल हुणे लैके चलो, उस गुरु नूं मैं मिलना चाहुंदा। ते बीबी अमरों ने कह दिता कि इस वेले गुरगद्दी दे मालक गुरु अंगद दे पातशाह जी महाराज ने मेरे पिता ते लैके गए ने। हुण तुसीं वेखो ना, जिस वेले गुरु अंगद दे पातशाह जी दे नाल मिलाप होया है ते 62 साल दी उम्र है बाबा अमरदास जी दी, ते गुरु अंगद दे पातशाह जी दी उम्र है उदों 30 साल। उम्र का तकाजा वेख लो, ते नाल कुड़माचारी वाला रिश्ता। जरा नहीं सोचिया कि कुड़माचारी वाला रिश्ता है या मैं वड्डा हां उम्र दे विच। ज्यों ही गुरु अंगद दे पातशाह जी मिले ने, दौड़ के चरना ते डिग गए। गुरु अंगद दे पातशाह जी ने हाथ अगे कीते ने घुट गलवखड़ी च लाउण दे लई, पर जाके पैरां च डिग पए ते क्या मेरे सतगुरु मैनू सिमरन भी दिओ ते मैनू सेवा भी दिओ, क्योंकि गुरबिन घोर अंधार, गुरबिन समझ ना आवे, गुरबिन सुरत ना सिद्ध, गुरबिन मुक्त न पावे। गुरु तो बिना साडे जीवन का कोई आधार नहीं। गुरु अंगद दे पातशाह जी दे कोल बाबा अमरदास जी आ गए सन ते सेवा संभाल लई सी, लोकां दी परवाह नहीं कीती है। दुनिया ना साल आए जो उमर वंज सी, लोकां ना साल आए जो उमर खाक थी। ये तो गुरबाणी ने कह दिता ना, गुरबाणी ने सानू समझा दिता। याद रखना साध संगत जी, दुनिया ने ना तुहानू कुछ दे देना है ते ना तुहाडे तो कुछ लै लेना है। जे तुहानू जीवन मिलिया है, जे तुहानू लाइफ मिली है, तो उस परमात्मा वाहिगुरू दी बख्शी हुई ये लाइफ, ये जीवन तुहाडा, ते उन्हों ही समर्पित होना चाहिए है। तुसीं किसी इन्वेस्टमेंट नाल नहीं सी आए। मैं या तुसीं जे आपां सारे ही गल करिए, असीं किसी इन्वेस्टमेंट नाल आए सी, कोई धन दौलत लैके आए सी कि सानू किसी चीज का डर होवेगा? नहीं। ते जे असीं किसी इन्वेस्टमेंट नाल नहीं आए, खाली हथ आए सी ते खाली हथ ही जाना है। पर जो जीवन सानू मिले आए, वो जीवन दिता है परमात्मा वाहिगुरू ने। ते जीवन क्यों दिता है, इहदा काम की है? ते गुरबाणी कहती है, कहते तेरा काम है भजो गोबिंद, भूल मत जाओ मानस जन्म का इला। तैनू ते नाम जपना चाहिए, बंदगी करनी चाहिए जिन्हें तैनू जीवन दिता है। जप मन सतनाम, कद तक? कहते सदा सतनाम। श्वास श्वास करके उस परमात्मा वाहिगुरू दे नाम दे नाल जुड़िए, क्योंकि उन्हें जिंदगी दिती है। ते इस गल का पता सानू गुरु कोल ही आके लगता है। याद रखना, गुरु दे कोल जिहड़ा आ जांदा है, पहला नमस्कार तो गल शुरू होंदी है, नमस्कार तो गल आरंभता होंदी। सुखमनी साहब आप पढ़ते हैं ना,
ਆਰੰਭਤਾ ਕਿੱਥੋਂ ਹੁੰਦੀ ਹੈ? ਆਦ ਗੁਰੇ ਨਮੈ ਜੁਗਾਦ ਗੁਰੇ ਨਮੈ। ਤੇ ਜਦ ਨਮਸਕਾਰ ਕਰ ਲੈਂਦੇ ਆ ਤੇ ਪੂਰੀ ਪੰਕਤੀ ਤੁਸੀਂ ਪੜੋ, ਪੂਰਾ ਸੁਖਮਨੀ ਸਾਹਿਬ ਦਾ ਪਾਠ ਜਿਸ ਵੇਲੇ ਕਰਦੇ ਹੋ ਤੇ ਅਖੀਰ ਤੁਹਾਨੂੰ ਪਤਾ ਲੱਗਦਾ ਹੈ ਗੁਰੂ ਇੱਥੇ ਤੱਕ ਤੁਹਾਨੂੰ ਪਹੁੰਚਾ ਦੇਵੇਗਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਨਮਸਕਾਰ ਤੋਂ ਗੱਲ ਤੁਰਦੀ ਹੈ ਤੇ ਉਸ ਪੂਰੇ ਸਤਿਗੁਰੂ ਕੋਲ ਪਹੁੰਚ ਜਾਂਦੇ ਆ, ਉਸ ਪਰਮਾਤਮਾ ਵਾਹਿਗੁਰੂ ਦੀ ਉਸ ਸੱਚੀ ਦਰਗਾਹ ਦੇ ਵਿੱਚ ਕਿਤੇ ਪ੍ਰਵਾਨ ਹੋ ਜਾਂਦੇ ਆ। ਗੱਲ ਬੜੀ ਸਿੰਪਲ ਹੈ। ਸ਼ਲੋਕ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, 12 ਤੇ ਵਧੇਕ ਤੁਸੀਂ ਵੇਖੋ ਨਾ, 12 ਤੇ ਵਧੇਕ ਕਿਉਂ ਨੇ? ਕਿਉਂਕਿ 12 ਤੋਂ ਵਧੇ ਹੋਏ ਨੇ, ਹੈਡਿੰਗ ਦਿੱਤੀ ਗਈ ਹੈ। ਤੇ 12 ਤੋਂ ਵਧੇ ਹੋਏ ਜਿਹੜੇ ਸ਼ਲੋਕ ਨੇ ਨਾ, ਇਹ ਇਉਂ ਕਹਿ ਲਓ ਕਿ ਸਮਰਾਈਜ਼ ਸਾਰੇ ਚੈਪਟਰ ਦਾ ਸਮਰਾਈਜ਼ ਟੌਪਿਕ ਸਾਨੂੰ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਨਾ ਇੱਕ ਚੰਗਾ ਸਿਆਣਾ ਟੀਚਰ ਹੁੰਦਾ ਹੈ, ਉਹ ਪੂਰਾ ਲੈਸਨ ਪੜ੍ਹਾਉਂਦਾ ਹੈ ਤੇ ਉਸ ਤੋਂ ਬਾਅਦ ਉਸ ਲੈਸਨ ਦੇ ਵਿੱਚ, ਉਸ ਚੈਪਟਰ ਦੇ ਵਿੱਚ ਕੁਝ ਖਾਸ ਪੁਆਇੰਟ ਹੁੰਦੇ ਨੇ, ਉਹ ਨੋਟ ਕਰ ਲੈਂਦਾ ਹੈ ਤੇ ਉਹਨੂੰ ਸਮਰਾਈਜ਼ ਕਰਕੇ, ਜਿਹਨੂੰ ਆਪਾਂ ਕਠਨ ਪਾਠਾਂ ਦੀ ਪੂੰਜੀ ਵੀ ਕਹਿੰਦੇ ਹਾਂ, ਕਠਨ ਪਾਠਾਂ ਦੀ ਪੂੰਜੀ, ਉਹਨੂੰ ਜੇ ਪੜ੍ਹ ਲਓ ਨਾ ਤੇ ਪੂਰੇ ਚੈਪਟਰ ਦਾ ਸਾਨੂੰ ਪਤਾ ਲੱਗ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਇਹ ਸ਼ਲੋਕ 12 ਤੇ ਵਧੇਕ ਵੀ ਨੇ। ਜੇ ਸਮੁੱਚੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦਾ ਟਾਈਮ ਨਹੀਂ ਹੈ, ਹਾਲਾਂਕਿ ਹਰ ਇੱਕ ਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੇ ਤੇ ਵਿਚਾਰੇ। ਘੱਟੋ ਘੱਟ ਘਰ ਦੇ ਵਿੱਚ ਹਰ ਰੋਜ਼ ਇਹ ਡਿਊਟੀ ਆਪਣੀ ਬਣਾਵੇ ਹਰ ਇੱਕ ਸਿੱਖ ਕਿ 1-2 ਅੰਗ ਹਰ ਰੋਜ਼ ਅਸੀਂ ਪੜ੍ਹਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਜੋ ਪੜ੍ਹਿਆ ਹੈ ਉਹਦੇ ਫਿਰ ਅਰਥ ਵੀ ਵਿਚਾਰਨੇ ਨੇ। ਤੇ ਜਿਹੜਾ ਪੜ੍ਹਦਾ ਹੈ, ਜਿਹੜਾ ਵਿਚਾਰਦਾ ਹੈ, ਗੁਰਬਾਣੀ ਤੇ ਇਹੀ ਹੈ ਨਾ, ਜੋ ਸੁਣਿਆ ਹੈ ਉਹਨੂੰ ਸਮਝਣਾ। 3 ਸੱਸੇ ਨੇ, ਸੱਸੇ ਤੋਂ ਸੁਣਨਾ, ਫਿਰ ਪਹਿਲਾ ਸੱਸਾ ਜੋ ਹੈ ਜੋ ਸੁਣਿਆ ਹੈ, ਉਹਦੇ ਤੋਂ ਫਿਰ ਦੂਜਾ ਸੱਸਾ ਆ ਜਾਂਦਾ ਹੈ, ਉਹਨੂੰ ਸਮਝਣਾ ਹੈ। ਤੇ ਜੋ ਸਮਝਿਆ ਹੈ, ਜਦ ਸਮਝ ਲਿਆ ਤੇ ਫਿਰ ਤੀਜੇ ਸੱਸੇ ਵੱਲ ਤੁਰ ਪਾਓ, ਸਾਧਨਾ ਵੱਲ। ਜੋ ਸੁਣਿਆ ਹੈ ਉਹਨੂੰ ਸਮਝੋ ਤੇ ਸਮਝ ਕੇ ਫਿਰ ਸਾਧਨਾ ਵੱਲ ਟੁਰੋ। ਹੋਵੇਗਾ ਕਿ ਆਪਣੀ ਮੰਜ਼ਿਲ ਤੱਕ ਤੁਸੀਂ ਆਪ ਹੀ ਪਹੁੰਚ ਜਾਓਗੇ, ਉਹ ਰਸਤਾ ਤੁਹਾਨੂੰ ਮਿਲ ਪਵੇਗਾ। ਕਥਾ ਕੁਝ ਇਹੋ ਜਿਹੀ ਇਹੀ ਚੀਜ਼ ਸਾਨੂੰ ਸਮਝਾਉਂਦੀ ਹੈ। ਅਕਸਰ ਦਾਸ ਬੇਨਤੀ ਕਰਦਾ ਹੈ ਕਿ ਕੀਰਤਨ ਜੋ ਹੈ ਨਾ, ਇੱਕ ਉੱਚੀ ਸੁੱਚੀ ਦਾਤ ਹੈ ਪਰਮਾਤਮਾ ਵਾਹਿਗੁਰੂ ਵੱਲੋਂ, ਉਹ ਸੁਰਤ ਜੋੜਨ ਦਾ ਰਸਤਾ ਹੈ। ਪਰ ਇੱਕ ਕਥਾ ਜੋ ਹੈ ਨਾ, ਗੁਰਬਾਣੀ ਵਿਚਾਰ ਜੋ ਹੈ, ਸਾਨੂੰ ਦੱਸਦੀ ਹੈ ਕਿ ਉਸ ਰਸਤੇ ਉੱਤੇ ਤੁਰਨਾ ਕਿਸ ਤਰ੍ਹਾਂ ਹੈ, ਆਪਣੀ ਮੰਜ਼ਿਲ ਤੱਕ ਪਹੁੰਚਣਾ ਕਿਸ ਤਰ੍ਹਾਂ ਹੈ। ਸ਼ਬਦ ਨੂੰ ਕੀਰਤਨ ਦੇ ਰੂਪ ਦੇ ਵਿੱਚ ਗਾਣਾ ਤੇ ਗੁਰੂ ਦੇ ਸ਼ਬਦ ਨੂੰ ਕਥਾ ਦੇ ਰੂਪ ਦੇ ਵਿੱਚ ਵਿਚਾਰਨਾ, ਸਮਝਣਾ, ਇਹ ਹਰ ਇੱਕ ਸਿੱਖ ਦਾ ਫਰਜ਼ ਹੈ। ਕਿਉਂਕਿ ਗੁਰੂ ਦੀ ਗੁਰਬਾਣੀ ਹੀ ਸਾਨੂੰ ਦੱਸਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਵੀ ਆਏ ਸਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲ, ਤੇ ਇਹੀ ਗੱਲ ਸੀ, ਪੁਕਾਰ ਕੀਤੀ ਸੀ, ਮੇਰੇ ਸਤਿਗੁਰੂ ਮੈਨੂੰ ਸਿਮਰਨ ਦਿਓ ਤੇ ਮੈਨੂੰ ਸੇਵਾ ਵੀ ਦਿਓ। ਬਸ ਸੇਵਾ ਸੰਭਾਲ ਲਈ, ਝੂਠੇ ਭਾਂਡੇ ਮਾਂਜਣੇ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜਿਹਦੇ ਚੋਲਿਆਂ ਨੂੰ ਧੋਣ ਦੀ ਸੇਵਾ ਕਰਨੀ, ਉਹ ਹਰ ਇੱਕ ਸੇਵਾ ਸੰਭਾਲ ਲਈ ਗੁਰੂ ਕੇ ਮਹਿਲ ਨਾਲ ਰਲ ਕੇ। ਕਹਿੰਦੇ ਬਿਆਸਾ ਨਦੀ ਜਾਂਦੇ ਸਨ ਤੇ ਗਾਗਰ ਜਲ ਕੀ ਢੋ ਕੇ ਲੈ ਕੇ ਆਉਂਦੇ ਸਨ, ਪਿੱਠ ਨਹੀਂ ਸੀ ਕਰਦੇ, ਪਿਛਲੇ ਪੈਰੀ ਜਾਂਦੇ ਸਨ। ਇੰਨੀ ਭਾਵਨਾ ਸੀ, ਇੰਨੀ ਸ਼ਰਧਾ ਸੀ ਕਿ ਪਿਛਲੇ ਪਹਿਰੀ ਜਾਣਾ ਤੇ ਬਿਆਸਾ ਨਦੀ ਤੋਂ ਗਾਗਰ ਜਲ ਕੀ ਢੋ ਕੇ ਲੈ ਕੇ ਆਉਣਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਲਈ। ਅੰਮ੍ਰਿਤ ਵੇਲੇ ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹ ਵੇਲਾ ਵੀ ਆਇਆ ਸੀ। ਤੇ ਯਾਦ ਰੱਖਣਾ ਸਤ ਸੰਗਤ ਜੀ, ਜ਼ਿੰਦਗੀ ਦੇ ਵਿੱਚ ਬੜਾ ਕੁਝ ਐਸਾ ਵਾਪਰਦਾ ਸਾਡੇ ਨਾਲ
ਅਸੀਂ ਜੇ ਚੰਗੇ ਰਸਤੇ ਉੱਤੇ ਤੁਰ ਰਹੇ ਆ ਨਾ, ਜੇ ਤੁਹਾਡਾ ਮਨ ਸੱਚਾ ਹੈ, ਤੁਹਾਡੀ ਭਾਵਨਾ ਸੱਚੀ ਹੈ, ਤੁਹਾਡੀ ਲਗਨ ਸੱਚੀ ਹੈ, ਜੇ ਤੁਸੀਂ ਤੁਰ ਰਹੇ ਹੋ, ਤੇ ਕਈ ਵਾਰੀ ਉਸ ਭਗਤੀ ਨੂੰ, ਉਸ ਭਾਵਨਾ ਨੂੰ ਦੂਜੇ ਲੋਕ ਨਹੀਂ ਸਮਝਦੇ ਨੇ। ਕਿਉਂਕਿ ਬਹੁਤਾਇਤ ਸਾਡੇ ਵਿੱਚ ਅੱਜ ਕੱਲ ਇਹ ਗੱਲ ਆ ਗਈ ਹੈ ਕਿ ਬਾਹਰੋਂ ਲੋਕ ਕਿਸ ਤਰ੍ਹਾਂ ਦਿਸਦੇ ਨੇ, ਅੰਦਰ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਬਾਹਰੋਂ ਜੇ ਚੰਗੇ ਕੱਪੜੇ ਪਾਏ ਹੋਏ ਨੇ ਤੇ ਫਿਰ ਬੰਦਾ ਠੀਕ ਹੈ, ਅੰਦਰੋਂ ਭਾਵੇਂ ਕਿੰਨਾ ਵੀ ਮੈਲਾ ਹੋਵੇ। ਬਾਹਰੋਂ ਜੇ ਉੱਚੀ ਪੋਜੀਸ਼ਨ ਤੇ ਬੈਠਾ ਹੈ ਤੇ ਜੀ ਚੰਗਾ ਹੈ, ਪਰ ਅੰਦਰ ਕੋਈ ਵੇਖਣ ਦੀ ਗੱਲ ਹੀ ਨਹੀਂ ਕਰਦਾ, ਉਹ ਵਿਚਾਰਨ ਦੀ ਗੱਲ ਹੀ ਨਹੀਂ ਕਰਦਾ। ਲੋਕਾਂ ਨੇ ਤਾਂ ਵੇਖ ਲਿਆ ਕਿ ਬਾਬਾ ਅਮਰਦਾਸ ਜੀ ਕਹਿੰਦੇ ਬਿਆਸਾ ਨਦੀ ਤੋਂ ਗਾਗਰ ਜਲ ਕੀ ਢੋ ਕੇ ਲੈ ਕੇ ਆਉਂਦੇ ਨੇ ਤੇ ਇਸ਼ਨਾਨ ਕਰਾਉਂਦੇ ਨੇ। ਇਹੀ ਗੱਲ ਬਣੀ ਸੀ। ਮੀਂਹ ਵਰ ਰਿਹਾ ਸੀ ਤੇ ਜੁਲਾਹੇ ਦੀ ਖੁੱਡੀ ਸੀ, ਅੜ ਕੇ ਡਿੱਗ ਪਏ ਤੇ ਆਵਾਜ਼ ਆਈ। ਜੁਲਾਹੇ ਨੇ ਪੁੱਛ ਲਿਆ ਕੌਣ ਹੋਵੇਗਾ, ਤੇ ਜੁਲਾਹੇ ਦੀ ਪਤਨੀ ਨੇ ਕਹਿ ਦਿੱਤਾ ਸੀ ਹੋਵੇਗਾ ਉਹੀ ਅਮਰੂ ਨਿਥਾਵਾਂ, ਕਿਉਂਕਿ ਬਾਹਰੋਂ ਵੇਖਿਆ ਸੀ, ਅੰਦਰੋਂ ਨਹੀਂ। ਹੋਵੇਗਾ ਉਹੀ ਅਮਰੂ ਨਿਥਾਵਾਂ ਜੋ ਰੋਟੀ ਪਾਣੀ ਦੇ ਲਈ ਆਪਣੇ ਕਰੋੜਾਂ ਦੇ ਬੂਹੇ ਤੇ ਪਾਣੀ ਢੂੰਡਦਾ ਪਿਆ, ਦਰ ਦਰ ਦੀ ਠੋਕਰਾਂ ਖਾ ਰਿਹਾ। ਕੰਨਾਂ 'ਚ ਬੋਲ ਪਏ ਸਨ ਬਾਬਾ ਅਮਰਦਾਸ ਜੀ ਦੇ, ਤੇ ਇੱਕ ਗੱਲ ਕਹਿ ਦਿੱਤੀ ਸੀ, ਝੱਲੀ ਹੋਈਆਂ, ਬੌਰੀ ਹੋਈਆਂ। ਕਦੀ ਨੇ ਥਾਵਾਂ ਹੁੰਦਾ ਸੀ, ਹੁਣ ਮੈਂ ਥਾਂ ਵਾਲਾ ਬਣ ਗਿਆ ਹਾਂ, ਹੁਣ ਮੈਂ ਗੁਰੂ ਕੋਲ ਆ ਗਿਆ। ਹੁਣ ਗੱਲ ਕਹਿਣ ਦੀ ਦੇਰ ਸੀ। ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲੇ ਬਿਰਥਾ ਨਾ ਜਾਏ। ਜਦ ਪਹੁੰਚੇ ਨੇ, ਇਸ਼ਨਾਨ ਕਰਾਇਆ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ। ਉਸ ਤੋਂ ਬਾਅਦ ਕਹਿੰਦੇ ਪਿੱਛੇ ਜੁਲਾਹੇ ਦੀ ਪਤਨੀ ਬੌਰੀ ਹੋ ਗਈ ਸੀ, ਭੁੱਲ ਬਖਸ਼ਵਾਈ ਹੈ ਆ ਕੇ, ਜਾਣੀ ਜਾਣ ਸਤਿਗੁਰੂ ਸਨ। ਸਾਰੀ ਗੱਲ ਜੁਲਾਹੇ ਨੇ ਦੱਸੀ ਕਿ ਇਸ ਤਰ੍ਹਾਂ ਘਟਨਾ ਵਾਪਰੀ ਸੀ। ਤੇ ਬਜ਼ੁਰਗਾਂ ਨੂੰ, ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬੁਲਾ ਭੇਜਿਆ ਤੇ ਕਿਹਾ ਪੁਰਖਾ ਜੀ, ਤੁਹਾਨੂੰ ਇਸ ਜੁਲਾਹੇ ਦੀ ਪਤਨੀ ਨੇ ਰੋਟੀ ਪਾਣੀ ਦੇ ਲਈ ਕੁੜਮਾਂ ਦੇ ਬੂਹੇ ਤੇ ਪਾਣੀ ਢੋਣ ਵਾਲਾ ਕਿਹਾ, ਤੁਹਾਨੂੰ ਬੁਰਾ ਨਹੀਂ ਲੱਗਿਆ? ਤੇ ਉਦੋਂ ਬਾਬਾ ਅਮਰਦਾਸ ਜੀ ਦੇ ਹੱਥ ਜੁੜ ਗਏ ਤੇ ਇੱਕ ਗੱਲ ਕਹੀ, ਮੇਰੇ ਸਤਿਗੁਰੂ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਤੇ ਜੇ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ ਨਾ, ਤੇ ਮੈਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਬੰਦੇ ਦੀ ਦਿੱਤੀ ਹੋਈ ਇੱਜ਼ਤ ਕੋਈ ਇੱਜ਼ਤ ਨਹੀਂ ਹੁੰਦੀ, ਬੰਦੇ ਦੀ ਦਿੱਤੀ ਹੋਈ ਬੇਇੱਜ਼ਤੀ ਨੂੰ ਵੀ ਬੇਇੱਜ਼ਤੀ ਨਹੀਂ ਸਮਝਣਾ ਚਾਹੀਦਾ। ਇਹ ਤਾਂ ਉਹਦੇ ਹੱਥ ਦੀ ਗੱਲ ਹੈ, ਜਿਸ ਪਤ ਰੱਖਿਆ ਸੱਚਾ ਸਾਹਿਬ, ਨਾਨਕ ਮੇਟ ਨਾ ਸਕਿਆ ਕੋਈ। ਲੋਕਾਂ ਨੇ ਤਾਂ ਬਹੁਤ ਕੁਝ ਕਹਿਣਾ ਹੈ, ਬਟ ਯੂ ਹੈਵ ਟੂ ਫੋਕਸ ਔਨ ਯੋਰ ਡੈਸਟੀਨੇਸ਼ਨ। ਜੇ ਤੁਹਾਡੀ ਭਾਵਨਾ ਚੰਗੀ ਹੈ, ਯੋਰ ਫੋਕਸ ਇਜ਼ ਕਲੀਅਰ, ਮੈਂ ਅਕਸਰ ਬੇਨਤੀ ਕਰਦਾ, ਦੈਨ obstacle doesn't matter at all। ਲੋਕ ਭਾਵੇਂ ਜੋ ਮਰਜ਼ੀ ਕਹਿਣ, ਡੋਂਟ ਬੋਦਰ। ਲੋਕਾਂ ਦੀ ਪਰਵਾਹ ਨਾ ਕਰੋ। ਲੋਕਾਂ ਨੇ ਨਾ ਕੁਝ ਤੁਹਾਨੂੰ ਦੇ ਦੇਣਾ ਨਾ, ਤੇ ਨਾ ਤੁਹਾਡੇ ਤੋਂ ਕੁਝ ਲੈ ਲੈਣਾ। ਇਹ ਤਾਂ ਪ੍ਰਮਾਤਮਾ ਵਾਹਿਗੁਰੂ ਦੇ ਹੱਥ ਦੀ ਗੱਲ ਹੈ। ਉਹ ਜਿਸ ਨੂੰ ਦੇਣ ਤੇ ਆਵੇ ਤੇ ਦੇ ਦਿੰਦਾ ਹੈ, ਜਿਸ ਤੋਂ ਲੈਣ ਤੋਂ ਆਵੇ ਉਹ ਲੈ ਲੈਂਦਾ ਹੈ। Never be jealous others if God giving blessings to them। ਕਦੀ ਵੀ ਇਹ ਸੋਚ ਨਾ ਬਣਾਓ ਕਿ ਗੁਰੂ ਨੇ ਉਹਨਾਂ ਉੱਤੇ ਕਿਰਪਾ ਕਰ ਦਿੱਤੀ। ਹੋ ਸਕਦਾ ਏ ਕਿ ਜੋ ਤੁਹਾਡੇ ਲਈ ਬਰਕਤਾਂ, ਜੋ ਤੁਹਾਡੇ ਲਈ ਬਖਸ਼ਿਸ਼ਾਂ ਪਰਮਾਤਮਾ ਵਾਹਿਗੁਰੂ ਨੇ ਰੱਖ ਰੱਖੀਆਂ ਨੇ ਸਾਂਭ ਕੇ, ਅੱਜ ਜੇ ਕਿਸੇ ਉੱਤੇ ਕਿਰਪਾ ਹੋ ਰਹੀ ਹੈ, ਹੋ ਸਕਦਾ ਅਗਲੀ ਵਾਰੀ ਤੁਹਾਡੀ ਹੋਵੇ। ਤੇ ਜੋ ਬਖਸ਼ਿਸ਼ਾਂ ਤੁਹਾਡੇ ਲਈ ਨੇ ਉਹ ਕੇਵਲ ਤੁਹਾਡੇ ਲਈ ਹੋਣਗੀਆਂ, ਉਹ ਦੂਜੇ ਲਈ ਨਹੀਂ। ਤੇ ਬਿਲਕੁਲ ਇਹ ਨਾ ਸੋਚਿਓ ਕਿ ਮੇਰੇ ਪੜੋਸੀ ਕੋਲ ਗੱਡੀ ਮੋਟਰ ਕਾਰ ਆ ਗਈ ਹੈ, ਜਾਂ ਮੇਰੇ ਪੜੋਸੀ ਨੇ ਮਕਾਨ ਵੱਡਾ ਬਣਾ ਲਿਆ। ਹੋ ਸਕਦਾ ਹੈ ਕਿ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਅੱਜ ਉਹਦੇ ਉੱਤੇ ਹੋ ਰਹੀ ਹੈ, ਕਿਉਂਕਿ ਪ੍ਰਮਾਤਮਾ ਉੱਥੇ ਮੌਜੂਦ ਹੈ।
ਪਰ ਨਿਰਾਸ਼ ਨਾ ਹੋਇਓ, ਕਿਉਂਕਿ ਅਗਲੀ ਵਾਰੀ ਤੁਹਾਡੀ ਹੋਵੇਗੀ। ਇੱਕ ਸੋਚ, ਇੱਕ ਵਿਸ਼ਵਾਸ ਉਸ ਪ੍ਰਮਾਤਮਾ ਵਾਹਿਗੁਰੂ ਤੇ ਹੋਵੇ, ਇੱਕ ਗੁਰੂ ਤੇ ਉਹ ਵਿਸ਼ਵਾਸ ਹੋਵੇ ਦ੍ਰਿੜਤਾ ਨਾਲ, ਗੁਰਬਾਣੀ ਦੇ ਨਾਲ ਉਹ ਪਿਆਰ ਸਾਡਾ ਬਣ ਜਾਵੇ, ਤੇ ਹੋਵੇਗਾ ਕਿ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ। ਪਰ ਹਾਲੇ ਹੋ ਕੀ ਰਿਹਾ? ਅਕਸਰ ਦਾਸ ਬੇਨਤੀ ਕਰਦਾ, ਅਸੀਂ ਦੂਜਿਆਂ ਨੂੰ ਵੇਖਦੇ ਹਾਂ ਕਿ ਲੋਕ ਕੀ ਕਹਿ ਰਹੇ ਨੇ ਸਾਡੇ ਬਾਰੇ। ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਨੇ ਕਈ ਵਾਰੀ ਇਹ ਗੱਲ ਕਹਿੰਦੇ ਨੇ, ਕਹਿੰਦੇ ਸਭ ਸੇ ਬੜਾ ਹੈ ਇਹ ਰੋਗ कि दुनिया में क्या कहेंगे मेरे बारे में लोग। और वाकई ये गल है कि अज असी खाना भी इस तरह खाना है कि लोग साडे बारे तारीफ करन या सानू माड़ा ना कहण कि खाना किस तरह खा रहे हैं। कपड़े भी उस तरीके दे नाल असी पाउंदे हैं, सोचते हैं कि लोग की कहणगे। लोकां दी सोच असी जहन दे विच रख के अपना जीवन बतीत कर रहे हैं। पर याद रखना, गुरु अमरदास पातशाह जी ने लोगों की परवाह नहीं की है, क्योंकि उन्होंने पता सी कि दुनिया की दिती हुई इज्जत कोई इज्जत नहीं, दुनिया की दिती हुई बेइज्जती नूं भी बेइज्जती नहीं समझना चाहिए। क्योंकि दुनिया का एक नियम है, एक कुदरती तौर पर अज तुहाडी कोई जे तारीफ कर रहा है ना, कल नूं उसे बंदे ने निंदिया भी करनी है। ते जिहड़े असल सूरमे ने ना, उस तक निंदा दो त्यागै, खोजै पद निर्बाना, जन नानक के खेल कटन है किन्हू गुरमुख जाना। कोई विरला ही है जो इस गल नूं समझदा है। बाला प्रीतम साहिब श्री गुरु हरकृष्ण साहब पातशाह जी महाराज, जिन्हां दे पावन स्थान ते तुसीं अज बैठे हो, गल उत्थे भी कीती गई सी जद 5.5 साल दी उमर दे विच सतगुरु जी नूं गुरगद्दी दा मालक बनाया गया। ते मसंद सन, उन्होंने कह दिता कि जी ये तां जी एक खेड़ ही बनाई हुई है, एक 5.5 साल का बच्चा एक गुरगद्दी का मालक किस तरह बन सकता है? ये बिल्कुल नहीं हो सकता। ते अंदर एक उन्होंने भावना बन गई सी, क्योंकि दसवंधी भेटा जितनी भी आउंदी सी, उन्होंने सोचा कि गुरु हरराय साहब जी तो बाद जे राम राय गुरगद्दी के मालक बन जाते तो राम राय नूं किसी तरह भी भरमा के असी वो दसवंधी भेटा अपने कोल रख सकते सन। साडे कोल प्रॉफिट आउंदा, पर गुरगद्दी का मालक बनाया है गुरु हरकृष्ण साहब पातशाह जी नूं, ते उन्हां दी गल ना मन्नी गई। ते अगे चल के उन्हां ही मसंदा ने फिर यह कहना शुरू कर दिता, यह तां एक खेड बनाई है, एक बच्चे नूं गुरगद्दी का मालक बना दिता। क्योंकि जो दसवंधी भेटा आउणी सी गुरु दरबार दे लई, उन्होंने सोचा सी कि साडी जगीरां ने, अपनियां जगीरां किते समझ लईआं सन। गुरु अर्जन देव पातशाह जी दे वेले भी ये मसंद उदों विकारी हो गए सन जद दरबार साहब की सेवा चल रही हुंदी सी ते लंगर दे विच मिलावट करनी, या जो दरबार साहब की उसारी हो रही सी उहदे विच चूने विच मिलावट करनी। गुरु अर्जन देव पातशाह जी ने पुछ लिया सी कि यह क्यों? कहन लगे जी भेटा घट है, इसे करके ये कुछ करना पै रहा। कहते गुरु नानक का दरबार है। गुरु अर्जन देव पातशाह जी ने जवाब दिता सी, इत्थे कदी घाटा आ नहीं सकता, घाटा उत्थे आउंदा जिथे नीयत विच खोट आ जाए। नीयत दे विच खोट आ जाएगी, घाटे उदों ही पैंदे ने। ते गुरु हरकृष्ण साहब पातशाह जी दे वेले भी मसंदा ने यही कुछ किया। उन्होंने सोचा कि दसवंधी भेटा हुण साडे कोल आउणी बंद हो जाएगी। प्रचारना शुरू कर दिता जी गुरगद्दी दे मालक वड्डे बेटे ने राम राय, छोटे बेटे नहीं।
ਤੇ ਕਹਿੰਦੇ ਜੇ ਵਾਕਈ ਇਹ ਗੁਰੂ ਨੇ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਗੁਰਗੱਦੀ ਦੇ ਮਾਲਕ ਨੇ, ਤੇ ਫਿਰ ਕਰਾਮਾਤ ਵਿਖਾਉਣ। ਇੱਕ ਖੇਡ ਖੇਡੀ, ਇੱਕ ਕੋਹੜੀ ਸੀ ਪਿੰਡ ਵਿੱਚੋਂ ਲੱਭ ਕੇ ਲੈ ਕੇ ਆ ਗਏ, ਤੇ ਜਿਸ ਰਸਤੇ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਪਾਲਕੀ ਜਾ ਰਹੀ ਸੀ, ਉਸ ਰਸਤੇ ਤੇ ਉੱਥੇ ਲਿਟਾ ਦਿੱਤਾ ਉਸ ਕੋਹੜੀ ਨੂੰ। ਤੁਰ ਰਹੇ ਨੇ ਬਾਲਾ ਪ੍ਰੀਤਮ ਜੀ, ਨਿਕਲ ਰਹੇ ਨੇ, ਲੋਕਾਂ ਦੀਆਂ ਚੰਤਰਾਈਆਂ ਨੂੰ ਵੇਖ ਲਿਆ ਸੀ। ਪਰ ਤੁਸੀਂ ਵੇਖੋ ਨਾ ਸਤ ਸੰਗਤ ਜੀ, ਜਦ ਪੁਕਾਰ ਕੀਤੀ ਉਸ ਕੋਹੜੀ ਨੇ ਕਿ ਸਤਿਗੁਰੂ ਜੀ ਕਦੀ ਤੁਸੀਂ ਗੁਰੂ ਨਾਨਕ ਦੇ ਰੂਪ ਦੇ ਵਿੱਚ ਕੋਹੜੀ ਦਾ ਕੋੜ ਦੂਰ ਕੀਤਾ ਸੀ, ਕਦੀ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਕੋਹੜੀ ਦਾ ਕੋੜ ਦੂਰ ਕੀਤਾ ਸੀ, ਅੱਜ ਮੇਰਾ ਵੀ ਰੋਗ ਦੂਰ ਕਰੋ, ਅੱਜ ਮੇਰਾ ਵੀ ਦੁੱਖ ਦੂਰ ਕਰੋ। ਪੁਕਾਰ ਕਰਨ ਦੀ ਦੇਰ ਸੀ, ਪਾਲਕੀ ਰਕਵਾਈ ਹੈ, ਤੇ ਆਪਣਾ ਨਿੱਜੀ ਰੁਮਾਲ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਦਿੱਤਾ ਸੀ ਸੇਵਾਦਾਰਾਂ ਨੂੰ ਕਿ ਇਸ ਕੋਹੜੀ ਦਾ ਮੂੰਹ ਭੰਜਿਆ ਜਾਵੇ, ਤੇ ਨਦਰ ਕੀਤੀ ਆ, ਉਹ ਕਿਰਪਾ ਰੂਪੀ ਦ੍ਰਿਸ਼ਟੀ ਦੇ ਨਾਲ ਵੇਖਿਆ। ਤੇ ਬਚਨ ਤੇ ਉਹੀ ਆ ਨਾ, ਰੋਜ਼ ਆਪਾਂ ਪੜ੍ਹਦੇ ਆ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਕਿਰਪਾ ਰੂਪੀ ਨਜ਼ਰੇ ਇਨਾਇਤ ਕਰਨ ਦੀ ਦੇਰ ਸੀ, ਉਸ ਨਜ਼ਰ ਨਾਲ ਵੇਖਣ ਦੀ ਦੇਰ ਸੀ, ਉਸ ਰੋਗੀ ਦਾ ਰੋਗ ਦੂਰ ਹੋ ਗਿਆ। ਗੁਰੂ ਦੀ ਬਖਸ਼ਿਸ਼ ਨਹੀਂ। ਲੋਕ ਤੇ ਬੜਾ ਯਤਨ ਕਰਦੇ ਨੇ, ਗੱਲਾਂ ਬਣਾਉਂਦੇ ਨੇ। ਪੰਡਿਤ ਲਾਲ ਚੰਦ ਵੀ ਸੀ, ਅੱਗੇ ਚੱਲ ਕੇ ਇਹੀ ਕੁਝ ਹੋਇਆ। ਕਿੰਨੀਆਂ ਕੁ ਉਦਾਹਰਨਾਂ ਨੇ ਗੁਰੂ ਇਤਿਹਾਸ ਵਿੱਚੋਂ ਹੀ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਪੰਡਿਤ ਲਾਲ ਚੰਦ ਨੇ ਕਹਿ ਦਿੱਤਾ ਸੀ ਕਿ ਨਾਮ ਤਾਂ ਹਰਕ੍ਰਿਸ਼ਨ ਰਖਵਾਇਆ ਏ, ਕਿ ਗੀਤਾ ਦੇ ਅਰਥ ਕਰ ਸਕਦੇ ਨੇ? ਕਹਿੰਦੇ ਜੇ ਗੀਤਾ ਦੇ ਅਰਥ ਕਰ ਦਿੱਤੇ ਤਾਂ ਵੀ ਤ੍ਰਿਪਤੀ ਨਹੀਂ ਹੋਵੇਗੀ। ਪਿੰਡ ਵਿੱਚੋਂ ਕਿਸੇ ਐਸੇ ਬੰਦੇ ਨੂੰ ਲੈ ਕੇ ਆ ਜਾਓ, ਅਸੀਂ ਉਹਦੇ ਕੋਲੋਂ ਅਰਥ ਕਰਵਾ ਦਈਏ। ਛੱਜੂ ਝਿਉਰ ਨੂੰ ਲੈ ਕੇ ਆਏ ਨੇ, ਛੜੀ ਰੱਖਣ ਦੀ ਦੇਰ ਸੀ, ਕਿਰਪਾ ਰੂਪੀ ਨਿਗਾਹ ਨਾਲ ਤੱਕਣ ਦੀ ਦੇਰ ਸੀ। ਗੁਰਬਾਣੀ ਕਹਿੰਦੀ ਹੈ ਨਾ, ਜੇ ਗੁਰੂ ਦੀ ਨਜ਼ਰ ਹੋ ਜਾਵੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤਰ ਬਣ ਸੂਝਿਆ ਗੁਰ ਭੇਟ ਪਨੀਤਾ। ਜੇ ਗੁਰੂ ਦੀ ਨਜ਼ਰ ਇਨਾਇਤ ਹੋ ਜਾਵੇ ਨਾ, ਤੇ ਹੋ ਸਕਦਾ ਹੈ ਕਿ ਪਿੰਗਲਾ ਵੀ ਪਰਬਤ ਚੜ ਜਾਵੇ। ਇੱਕ ਅੰਨੇ ਬੰਦੇ ਨੂੰ ਵੀ ਤਿੰਨਾਂ ਭਵਨਾਂ ਦੀ ਸੋਝੀ ਹੋ ਸਕਦੀ ਹੈ। ਔਰ ਉਹੀ ਗੱਲ ਬਣੀ, ਉਹੀ ਛੱਜੂ ਝੂਰ। ਉਹ ਛੜੀ ਰੱਖਣ ਦੀ ਦੇਰ ਸੀ, ਨਜ਼ਰ ਇਨਾਇਤ ਕਰਨ ਦੀ ਦੇਰ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ। ਉਸ ਗੂੰਗੇ ਬੋਲੇ ਛੱਜੂ ਝੂਰ ਨੇ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ। ਕਹਿਣ ਦਾ ਭਾਵ ਸਤ ਸੰਗਤ ਜੀ, ਜੇ ਗੁਰੂ ਦੀ ਨਜ਼ਰ ਇਨਾਇਤ ਹੋ ਜਾਂਦੀ ਹੈ, ਅੱਜ ਇੱਕ ਗੁਰੂ ਦੀ ਕਿਰਪਾ ਹੀ ਹੈ, ਸਤਿਗੁਰੂ ਦੀ ਕਿਰਪਾ, ਆਪ ਸਤ ਸੰਗਤ ਦੀ ਅਸੀਸ ਕਿ ਸਤਿਗੁਰੂ ਜੀ ਨੇ ਆਪ ਦਾਸ ਦੇ ਸੀਸ ਤੇ ਹੱਥ ਰੱਖ ਕੇ ਐਜ਼ ਏ ਹੈਡ ਗ੍ਰੰਥੀ ਸੇਵਾ ਲੈ ਰਹੇ ਨੇ, ਤੇ ਸ਼ੁਕਰਾਨਾ ਹੈ। ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਨਜ਼ਰ ਇਨਾਇਤ ਹੈ। ਉਹਨਾਂ ਨੌਜਵਾਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਲੋਕ ਬੜਾ ਕੁਝ ਤੁਹਾਡੇ ਬਾਰੇ ਕਹਿਣਗੇ, ਪਰ ਆਪਣੀ ਮਿਹਨਤ ਕਰਨੀ ਨਾ ਛੱਡੋ। ਜੇ ਤੁਹਾਡੀ ਲਗਨ ਚੰਗੀ ਹੈ, ਜੇ ਤੁਹਾਡੀ ਭਾਵਨਾ ਸੱਚੀ ਹੈ ਨਾ, ਅਕਸਰ ਮੈਂ ਬੇਨਤੀ ਕਰਦਾ, ਡੂ ਵਟਐਵਰ ਯੂ ਵਾਂਟ ਟੂ ਡੂ ਬਟ ਹੈਵ ਫੇਥ ਔਨ ਅ ਗॉड। ਜੇ ਸੱਚੀ ਭਾਵਨਾ ਦੇ ਨਾਲ ਤੁਸੀਂ ਮਿਹਨਤ ਕਰ ਰਹੇ ਹੋ ਨਾ, ਤੇ ਮਿਹਨਤ ਕਰੋ, ਪਰ ਉਹਦਾ ਰਿਜ਼ਲਟ ਪ੍ਰਮਾਤਮਾ ਵਾਹਿਗੁਰੂ ਤੇ ਛੱਡ ਦਿਓ। Because if you do your best, then God will do the rest. ਗੁਰੂ ਦੇ ਬਚਨਾਂ ਨੂੰ ਕਮਾਉਣਾ ਹੀ ਸਾਡੇ ਜ਼ਿੰਦਗੀ ਦਾ ਆਧਾਰ ਹੈ, ਤੇ ਗੁਰੂ ਕੋਲ ਪਹੁੰਚ ਕੇ ਹੀ ਸਾਨੂੰ ਇਸ ਗੱਲ ਦੀ ਸਮਝ ਪੈਂਦੀ ਹੈ। ਕਿਉਂਕਿ ਬਿਨ ਸਤਗੁਰ ਦਾਤਾ ਕੋ ਨਹੀਂ, ਜੋ ਹਰ ਨਾਮ ਦੇ ਆਧਾਰ, ਗੁਰ ਕਿਰਪਾ ਤੇ ਨਾਉ ਮਨ ਵਸੈ, ਸਦਾ ਰਹਿ ਔਰ ਤਾਰ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਨਾਮ ਸਾਡੇ ਅੰਦਰ ਵਸ ਸਕਦਾ ਹੈ। ਉਹ ਤ੍ਰਿਸ਼ਨਾ ਜੋ ਹੈ ਸਾਡੀ ਦੂਰ ਹੋ ਸਕਦੀ ਹੈ, ਤ੍ਰਿਸ਼ਨਾ ਬੁਝੈ ਤਪਤ ਹੋਏ।
ਹਰ ਕੈ ਨਾਏ ਪਿਆਰ। ਉਹ ਤ੍ਰਿਸ਼ਨਾ ਬਚ ਸਕਦੀ ਹੈ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ, ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ ਸਨ ਤੇ ਭਾਵਨਾ ਬਣ ਗਈ ਸੀ। ਕਹਿ ਦਿੱਤਾ ਸੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਮਾਂ ਲਾਲੀ ਪਿਓ ਲਾਲਾ, ਮੇਰਾ ਹੋਂ ਲਾਲੇ ਕਾ ਜਾਇਆ, ਲਾਲੀ ਨਾਚਾ ਲਾਲਾ ਗਾਵੇ, ਜਪਤ ਰਹੋ ਤੇਰੀ ਰਾਏ। ਉਹ ਭਾਵਨਾ ਬਣ ਗਈ ਸੀ ਤੇ ਕਹਿ ਦਿੱਤਾ ਸੀ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉ, ਪੱਖਾਂ ਫੇਰੀ ਪੈਰ ਮਲਾਉ। ਜੋ ਵੀ ਤੁਸੀਂ ਕਹੋ ਸਤਿਗੁਰੂ ਜੀ ਮੈਂ ਉਹ ਕਰਾਂ, ਕਿਉਂਕਿ ਤੁਹਾਡੇ ਪਿੱਛੇ ਤੁਰ ਕੇ ਹੀ ਮੈਨੂੰ ਜੀਵਨ ਜੀਣ ਦੀ ਜਾਚ ਮਿਲਣੀ ਆ, ਮੈਂ ਆਪਣੀ ਡੈਸਟੀਨੇਸ਼ਨ ਤੱਕ ਪਹੁੰਚ ਸਕਦਾ ਹਾਂ। ਤੇ ਉਹੀ ਗੱਲ ਬਣੀ ਸੀ ਕਿ 62 ਸਾਲ ਦੀ ਉਮਰ ਦੇ ਵਿੱਚ, 60 ਸਾਲ ਦੀ ਉਮਰ ਦੇ ਵਿੱਚ ਤੇ ਬੰਦਾ ਰਿਟਾਇਰ ਕਰਾਰ ਦੇ ਦਿੱਤਾ ਜਾਂਦਾ ਹੈ। ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਚਲੇ ਜਾਓ ਤੇ 60 ਸਾਲ ਤੋਂ ਬਾਅਦ ਰਿਟਾਇਰ ਕਰ ਦਿੱਤਾ ਜਾਂਦਾ, ਪਰ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਸੇਵਾ ਦੇ ਵਿੱਚ ਆਏ ਸਨ ਤੇ 72 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਦੇ ਮਾਲਕ ਬਣ ਗਏ, ਕਿਉਂਕਿ ਉਹ ਭਾਵਨਾ ਸੀ। ਜੇ ਪੰਡਿਤ ਨੇ ਕਹਿ ਦਿੱਤਾ ਸੀ ਕਿ ਤੇ ਨਿਗਰਾਂ ਹੈ, ਜੇ ਉਹ ਕਬੂਲ ਬੋਲੇ ਸਨ ਉਸ ਪੰਡਿਤ ਨੇ ਬਾਬਾ ਅਮਰਦਾਸ ਜੀ ਨੂੰ, ਤੇ ਉਹਨਾਂ ਬੋਲਾਂ ਨੂੰ ਸੁਣ ਕੇ ਉੱਥੇ ਹੀ ਨਹੀਂ ਟਿਕ ਗਏ, ਨਹੀਂ ਅੱਗੇ ਮਿਹਨਤ ਕੀਤੀ, ਗੁਰੂ ਦੀ ਭਾਲ ਕੀਤੀ, ਭਾਲ ਦੇ ਵਿੱਚ ਤੁਰੇ ਸਨ ਤੇ ਗੁਰਬਾਣੀ ਦੀ ਪੰਕਤੀ ਕੰਨਾਂ 'ਚ ਪਈ ਸੀ ਤੇ ਬੀਬੀ ਅਮਰੋ ਦੇ ਨਾਲ ਪਹੁੰਚ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਵੀ ਕੀਤੇ। So never feel sad when someone close the door in front of your face। ਇੱਕ ਖਿਆਲ ਸਾਨੂੰ ਦਿੰਦੇ ਨੇ, ਜਿਸ ਜੀਵਨ ਪੜ੍ਹੀਏ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤੇ ਸਾਨੂੰ ਸਮਝ ਪੈਂਦੀ ਹੈ। ਗੁਰੂ ਦਾ ਇਤਿਹਾਸ, ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਜੀਵਨ ਜੀਣ ਦੀ ਜਾਚ ਸਾਨੂੰ ਸਿਖਾਉਂਦੀ ਹੈ। ਜ਼ਿੰਦਗੀ ਦੇ ਵਿੱਚ ਕਈ ਐਸੇ ਤਜਰਬੇ ਹੋਣਗੇ ਕਿ ਕਈ ਲੋਕ ਤੁਹਾਡੇ ਮੂੰਹ ਤੇ ਦਰਵਾਜ਼ੇ ਬੰਦ ਕਰ ਦੇਣਗੇ, ਪਰ ਨਿਰਾਸ਼ ਨਹੀਂ ਹੋਣਾ। ਗੋ ਟੂ ਦ ਹਾਲ, ਉਸ ਜਗ੍ਹਾ ਤੇ ਜਾਓ ਜਿੱਥੇ ਬੜੇ ਸਾਰੇ ਦਰਵਾਜ਼ੇ ਨੇ। ਪਰਮਾਤਮਾ ਵਾਹਿਗੁਰੂ ਨੇ ਕੋਈ ਨਾ ਕੋਈ ਦਰਵਾਜ਼ਾ ਤੁਹਾਡੇ ਲਈ ਜ਼ਰੂਰ ਖੋਲਿਆ ਹੋਵੇਗਾ, ਤੁਹਾਡੇ ਲਈ ਕੋਈ ਨਾ ਕੋਈ ਦਰਵਾਜ਼ਾ ਜ਼ਰੂਰ ਰੱਖਿਆ ਹੋਵੇਗਾ, ਜਿਹਦੇ ਵਿੱਚ ਕੇਵਲ ਤਾਂ ਕੇਵਲ ਤੁਹਾਡੇ ਲਈ ਬਖਸ਼ਿਸ਼ਾਂ ਨੇ, ਤੁਹਾਡੇ ਲਈ ਰਹਿਮਤਾਂ ਨੇ। ਤੇ ਦੱਸੇ ਇਸ ਗੱਲ ਦੀ ਸਮਝ ਸਾਨੂੰ ਪਵੇਗੀ ਗੁਰੂ ਕੋਲ ਹੀ ਆ ਕੇ, ਕਿਉਂਕਿ ਗੁਰੂ ਨੇ ਹੀ ਸਾਨੂੰ ਦੱਸਣਾ ਹੈ, ਗੁਰੂ ਦੀ ਗੁਰਬਾਣੀ ਨੇ ਹੀ ਸਾਨੂੰ ਦੱਸਣਾ ਕਿ ਸਾਨੂੰ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ। ਸ਼ਬਦ ਨੇ ਹੀ ਸਾਨੂੰ ਦੱਸਣਾ ਹੈ ਕਿ ਸਾਡਾ ਜੀਵਨ ਕਿਸ ਤਰ੍ਹਾਂ ਬਤੀਤ ਹੋਵੇ, ਕਿਉਂਕਿ ਕਹਿ ਦਿੱਤਾ ਗਿਆ ਨਾ, ਨਾਨਕ ਗੁਰਮੁਖ ਪਾਈਆ ਹਰ ਆਪਣੇ ਕਿਰਪਾ ਧਾਰ। ਗੁਰੂ ਦੇ ਪਿੱਛੇ ਤੁਰਨ ਵਾਲਾ ਗੁਰਮੁਖ, ਨਾਨਕ ਗੁਰਮੁਖ ਪਾਈਆ ਹਰ ਆਪਣੀ ਕਿਰਪਾ ਧਾਰ, ਬਿਨ ਸ਼ਬਦ ਹੈ ਜਗਤ ਬਰਲਾਇਆ, ਕਹਿਣਾ ਕਛਿਓ ਨਾ ਜਾਏ। ਗੁਰੂ ਦੇ ਸ਼ਬਦ ਤੋਂ ਬਿਨਾ, ਯਾਦ ਰੱਖਣਾ ਸਾਧ ਸੰਗਤ ਜੀ, ਕਿਤੇ ਵੀ ਸਾਡੀ ਕੋਈ ਥਾਂ ਨਹੀਂ ਪੈ ਸਕਦੀ। ਕਹਿ ਦਿੱਤਾ ਗਿਆ ਨਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਤਨੇ ਸ਼ਬਦ ਹੈ ਜਗ ਬੌਰਾਨ। ਸ਼ਬਦ ਤੋਂ ਬਿਨਾ ਤੇ ਜਗਤ ਬੌਰਾਨਾ ਹੋਇਆ ਫਿਰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ, ਯਾਦ ਰੱਖਣਾ, ਜਿੱਥੇ ਜਿੱਥੇ ਜਿੱਤ ਹਾਸਲ ਕੀਤੀ ਹੈ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ ਨੇ, ਬਾਣੀ ਦਾ ਉਹ ਆਸਰਾ ਲਿਆ ਤੇ ਬਾਣੀ ਦੇ ਕਰਕੇ ਹੀ ਜਿੱਤ ਹਾਸਲ ਕੀਤੀ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਿਉਂਕਿ ਗੁਰੂ ਦਾ ਸ਼ਬਦ ਹੀ ਹੈ ਜੋ ਸਾਡਾ ਵੀ ਗੁਰੂ ਹੈ। ਸ਼ਬਦ ਗੁਰੂ ਤੇ ਗੁਰੂ ਦਾ ਗੁਰੂ ਵੀ ਹੈ, ਕਿਉਂਕਿ ਸਿੱਧਾਂ ਨੇ ਪੁੱਛਿਆ ਸੀ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਕਿ ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ? ਕਹਿੰਦੇ ਸ਼ਬਦ ਗੁਰੂ
ਸੁਰਤ ਧੁਨ ਚੇਲਾ। ਤੇ ਜੇ ਸਾਡੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਗੁਰੂ ਸ਼ਬਦ ਗੁਰੂ ਹੈ, ਤੇ ਸ਼ਬਦ ਗੁਰੂ ਫਿਰ ਸਾਡਾ ਵੀ ਗੁਰੂ ਹੈ। ਤੇ ਜੇ ਸ਼ਬਦ ਗੁਰੂ ਸਾਡਾ ਗੁਰੂ, ਸਾਡੇ ਗੁਰੂ ਦਾ ਗੁਰੂ, ਤੇ ਸ਼ਬਦ ਆਪ ਵਾਹਿਗੁਰੂ। ਦਸਾਂ ਗੁਰੂਆਂ ਨੇ ਕਦੀ ਵੀ ਆਪਣੇ ਆਪ ਨੂੰ ਪ੍ਰਮਾਤਮਾ ਭਗਵਾਨ ਨਹੀਂ ਅਖਵਾਇਆ, ਪਰ ਉਹ ਜੋ ਜੋਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿੱਚ ਵਿਚਰ ਰਹੀ ਸੀ, ਉਹ ਜੋਤ ਜਦ ਗੁਰਗੱਦੀ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾ ਦਿੱਤਾ ਗਿਆ, ਤੇ ਉਹ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕ ਗਈ, ਤੇ ਕਹਿ ਦਿੱਤਾ ਗਿਆ ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵੜ ਅਵਰ ਨਾ ਕੋਈ। ਉਸ ਤੋਂ ਵੱਡਾ ਕੋਈ ਨਹੀਂ ਹੈ। ਅਕਸਰ ਮੈਂ ਬੇਨਤੀ ਕਰਦਾ, there is no such question in this world for which ਗੁਰੂ ਗ੍ਰੰਥ ਸਾਹਿਬ ਜੀ can answer। ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਲੈ ਸਕਦੇ ਹਾਂ, ਬਸ਼ਰਤੇ ਆਈਏ ਤਾਂ ਸਹੀ। ਕਿਉਂਕਿ ਯਾਦ ਰੱਖਣਾ ਸਤ ਸੰਗਤ ਜੀ, ਮਨੁੱਖ ਦੀ ਜ਼ਿੰਦਗੀ ਲੰਘ ਤੇ ਜਾਂਦੀ ਹੈ ਪਰ ਪੁੱਗਦੀ ਨਹੀਂ। ਮਨੁੱਖ ਕਈ ਵਾਰੀ ਆਪਣੇ ਜੀਵਨ ਨੂੰ, ਆਪਣੇ ਜਨਮ ਨੂੰ ਮਰਨ ਦੇ ਵਿੱਚ ਤੇ ਕਨਵਰਟ ਕਰ ਲੈਂਦਾ। ਵੀ ਕੈਨ ਕਨਵਰਟ ਆਵਰ ਬਰਥ ਇਨਟੂ ਦੀ ਡੈਥ, but there are very few who convert their birth into the life। ਆਪਣੇ ਜਨਮ ਨੂੰ ਮਰਨ ਦੇ ਵਿੱਚ ਤੇ ਤਬਦੀਲ ਕਰ ਲੈਂਦੇ ਨੇ, ਪਰ ਬਹੁਤ ਘੱਟ ਲੋਕ ਨੇ ਜੋ ਆਪਣੇ ਜਨਮ ਨੂੰ ਜ਼ਿੰਦਗੀ ਦੇ ਵਿੱਚ ਤਬਦੀਲ ਕਰਦੇ ਨੇ। ਕਿਉਂਕਿ ਤੁਸੀਂ ਵੇਖੋ ਨਾ, ਜਿਸ ਜਨਮ ਨੂੰ ਜ਼ਿੰਦਗੀ ਦੇ ਵਿੱਚ ਤਬਦੀਲ ਕਰਨਾ ਤੇ 3 ਪ੍ਰਕਾਰ ਦੇ ਮਾਂ-ਬਾਪ ਹੋਣੇ ਬਹੁਤ ਜ਼ਰੂਰੀ ਨੇ। ਪਹਿਲੇ ਮਾਂ-ਬਾਪ ਉਹ ਜਿਨ੍ਹਾਂ ਦੇ ਕਰਕੇ ਸਾਡਾ ਇਹ ਸੂਖਸ਼ਮ ਸਰੀਰ ਇਸ ਧਰਤੀ ਤੇ ਆਇਆ, ਜਨਮ ਲਿਆ, ਸਾਡੇ ਮਾਂ-ਬਾਪ। ਤੇ ਦੂਜੇ ਮਾਂ-ਬਾਪ ਨੇ ਮਤ ਮਾਤਾ ਸੰਤੋਖ ਪਿਤਾ, ਗੁਰੂ ਦੀ ਮਤ ਤੇ ਸੰਤੋਖ ਪਿਤਾ। ਤੇ ਤੀਜੇ ਮਾਂ-ਬਾਪ ਨੇ ਨਿੰਦਾ ਬਾਪ ਨਿੰਦਾ ਮੈਂ ਤਾਰੀ। ਕਿਹੜਾ ਭਗਤ, ਕਿਹੜਾ ਪੀਰ, ਕਿਹੜਾ ਪੈਗੰਬਰ ਐਸਾ ਹੋਇਆ ਜਿਹਦੀ ਬੁਰਾਈ ਨਹੀਂ ਹੋਈ, ਜਿਹਦੀ ਨਿੰਦਿਆ ਨਹੀਂ ਹੋਈ ਹੈ। ਪਰਦਾਸ ਇਹੀ ਬੇਨਤੀ ਕਰ ਦਵੇ ਕਿ ਜਿਨ੍ਹਾਂ ਦੀ ਬੁਰਾਈ ਹੋਈ ਹੈ, ਜਿਨ੍ਹਾਂ ਦੀ ਨਿੰਦਾ ਹੋਈ ਹੈ ਨਾ, ਅਸਲ ਦੇ ਵਿੱਚ ਉੱਭਰ ਕੇ ਜ਼ਿੰਦਗੀ ਦੇ ਵਿੱਚ ਉਹੀ ਆਏ ਨੇ। ਉਹਨਾਂ ਲੋਕਾਂ ਨੇ ਪਰਵਾਹ ਨਹੀਂ ਕੀਤੀ ਲੋਕਾਂ ਦੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਪਣੇ ਬਚਨ ਨੇ, ਕਹਿੰਦੇ ਮੈਂ ਤੁਰਿਆ ਸੀ ਤੇ ਕਈਆਂ ਨੇ ਕਹਿ ਦਿੱਤਾ, ਕੋਈ ਆਖਿਆ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਪਰ ਉਹਨਾਂ ਨੂੰ ਕੀ ਪਤਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਾਂ ਹਰ ਬਿਨ ਅਵਰ ਨਾ ਜਾਨਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ, ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ, ਬਾਲਾ ਪ੍ਰੀਤਮ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਤੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦੇ ਬੋਲਾਂ, ਉਹਨਾਂ ਬਚਨਾਂ ਨੂੰ ਕਮਾਇਆ ਤੇ ਗੁਰਗੱਦੀ ਤੇ ਬੈਠੇ ਸਨ ਤੇ ਅਨੇਕ ਰਹਿਮਤਾਂ ਕੀਤੀਆਂ, ਅਨੇਕ ਬਖਸ਼ਿਸ਼ਾਂ ਕੀਤੀਆਂ ਨੇ। ਕਹਿਣ ਦਾ ਭਾਵ, ਜੋ ਕੁਝ ਵੀ ਤੁਸੀਂ ਕਰ ਰਹੇ ਹੋ, ਜੇ ਗੁਰੂ ਦੇ ਸ਼ਬਦ ਦਾ ਓਟ ਆਸਰਾ ਹੈ, ਜੇ ਗੁਰਬਾਣੀ ਦਾ ਗਿਆਨ ਤੁਹਾਡੇ ਕੋਲ ਹੈ, ਜੇ ਗੁਰੂ ਤੇ ਤੁਹਾਡਾ ਵਿਸ਼ਵਾਸ ਹੈ ਨਾ, ਤੇ ਜ਼ਰੂਰ ਆਪਣੀ ਮੰਜ਼ਿਲ ਤੱਕ ਤੁਸੀਂ ਪਹੁੰਚ ਜਾਓਗੇ। ਕਿਉਂਕਿ ਗੁਰਬਾਣੀ ਦਾ ਗਿਆਨ ਹੀ ਹੈ ਜੋ ਸਾਨੂੰ ਸਿਖਾਉਂਦਾ। ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਨਹੀਂ ਮਿਲ ਸਕਦਾ। ਤਾਂ ਹੀ ਕਹਿ ਦਿੱਤਾ ਗਿਆ, ਪੋਤੀ ਪਰਮੇਸ਼ਵਰ ਕਾ ਥਾਨ, ਸਾਧ ਸੰਗਾਮੈ ਗੁਰ ਗੋਬਿੰਦ, ਪੂਰਨ ਬ੍ਰਹਮ ਗਿਆਨ। ਤੇ ਇਸੇ ਕਰਕੇ ਸ਼ਬਦ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ। ਗੁਰਬਾਣੀ ਨੇ ਕਿਹਾ ਹੈ ਨਾ ਕਿ ਗੁਰਦੁਆਰਾ ਹੋਏ ਸੋ ਜੀ ਪਾਏ ਸੀ। ਹੁਣ ਤੁਸੀਂ ਵੇਖੋ, ਇੱਥੇ ਆ ਜਾਓ, ਗੁਰਦੁਆਰਾ ਹੋਏ, ਇਸ ਪੰਕਤੀ ਦੇ ਅਰਥ ਕੀ ਨੇ? ਹੁਣ ਇਹ ਨਹੀਂ ਕਿਹਾ ਗਿਆ ਕਿ ਗੁਰਦੁਆਰੇ ਆਏ। ਗੁਰਦੁਆਰੇ ਆ ਤੇ ਹਰ ਕੋਈ ਜਾਂਦਾ ਹੈ, ਪਰ ਕਹਿ ਦਿੱਤਾ ਗਿਆ ਗੁਰਦੁਆਰਾ ਹੋਏ। ਗੁਰਦੁਆਰਾ ਆ ਕੇ ਕੋਈ ਗੁਰੂ ਦਾ ਹੋ ਜਾਵੇ। ਗੁਰਦੁਆਰਾ ਹੋਏ ਸੋ ਜੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਤਾਂ ਹੀ ਸਾਨੂੰ ਉਹ ਸਮਝ ਪੈ ਸਕਦੀ ਹੈ, ਸਾਡੇ
ਮਨ ਦੇ ਵਿੱਚ ਉਸ ਸ਼ਬਦ ਦੀ ਵਿਚਾਰ ਨੂੰ ਜਦ ਅਸੀਂ ਵਸਾ ਲਵਾਂਗੇ, ਸਾਡੇ ਜੀਵਨ ਦਾ ਤਾਂ ਹੀ ਪਾਰ ਉਤਾਰਾ ਹੋ ਸਕਦਾ ਹੈ, ਕਿਉਂਕਿ ਹਰ ਇੱਕ ਭੇਦ ਨੂੰ ਗੁਰੂ ਜਾਣਦਾ ਏ। ਹਰ ਰਖੇ ਸੇ ਉਬਰੇ ਸ਼ਬਦ ਰਹੇ ਲਿਵਲਾਏ, ਨਾਨਕ ਕਰਤਾ ਸਭ ਕੁਛ ਜਾਣਦਾ, ਜਿਨ ਰੱਖੀ ਬਣਤ ਬਣਾਏ। ਸਾਰੇ ਭੇਤ ਨੂੰ ਉਹ ਜਾਣਦਾ ਏ। ਜੇ ਬਖਸ਼ਿਸ਼ਾਂ ਹੋ ਰਹੀਆਂ ਨੇ ਤੇ ਉਹਦੀ ਕਿਰਪਾ, ਜੇ ਕਿਸੇ ਹੋਰ ਉੱਤੇ ਹੋ ਰਹੀ ਹੈ ਉਹਦੀ ਨਜ਼ਰ ਇਨਾਇਤ, ਤੇ ਹੋ ਸਕਦਾ ਹੈ ਕਿ ਅੱਜ ਉਹਦੀ ਵਾਰੀ ਹੋਵੇ, ਪਰ ਨਿਰਾਸ਼ ਨਹੀਂ ਹੋਣਾ, ਕਿਉਂਕਿ ਜੋ ਬਖਸ਼ਿਸ਼ਾਂ, ਜੋ ਰਹਿਮਤਾਂ ਤੁਹਾਡੇ ਲਈ ਪਰਮਾਤਮਾ ਵਾਹਿਗੁਰੂ ਦੇ ਕੋਲ ਹੈਗੀਆਂ ਨੇ, ਉਹ ਕੇਵਲ ਤਾਂ ਕੇਵਲ ਤੁਹਾਨੂੰ ਮਿਲਣੀਆਂ ਨੇ, ਉਹਦਾ ਹੱਕਦਾਰ ਕੋਈ ਹੋਰ ਨਹੀਂ ਹੋ ਸਕਦਾ। ਗੁਰੂ ਗਲਤ ਡਿਲੀਵਰੀ ਨਹੀਂ ਕਰ ਸਕਦਾ ਹੈ। ਗੁਰੂ ਦੀਆਂ ਬਖਸ਼ਿਸ਼ਾਂ ਕੇਵਲ ਉਹਦੇ ਕੋਲ ਹੀ ਜਾਣਗੀਆਂ ਜੋ ਉਹਦਾ ਹੱਕਦਾਰ ਹੋਵੇਗਾ। ਸੋ ਇਸ ਕਰਕੇ ਸ਼ਬਦ ਦੇ ਨਾਲ ਜੁੜ ਜਾਈਏ, ਗੁਰਬਾਣੀ ਨਾਲ ਜੁੜ ਜਾਈਏ, ਤਾਂ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਹੋਵੇਗਾ। ਇਤਨਿਕ ਸੇਵਾ ਪ੍ਰਵਾਨ ਕਰਨੀ, ਮਨਮਤ ਅਨੁਸਾਰ ਜੇ ਕੁਛ ਬੋਲ ਗਿਆ ਹੋਵਾਂ ਖਿਮਾ ਦਾ ਜਾਚਕ, ਗੁਰਮਤ ਅਨੁਸਾਰ ਜੇ ਆਪ ਸਾਰਿਆਂ ਨੇ ਕੁਛ ਸਰਵਣ ਕੀਤਾ ਹੋਵੇ, ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਯਤਨ ਜ਼ਰੂਰ ਕਰਨਾ। ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।